ਅਸੀਂ ਜਾਵਾਂਗੇ ਪਰਮੇਸ਼ਰ ਦੇ ਵਚਨ ਵੱਲ। ਪਹਿਲਾ ਯੋਹੰਨਾ ਦੀ ਪੱਤਰੀ ਆਪਾਂ ਖੋਲਾਂਗੇ, ਪਹਿਲਾ ਯੋਹੰਨਾ ਦੀ ਪੱਤਰੀ, ਉਹਦਾ ਚੌਥਾ ਅਧਿਆਏ ਔਰ ਉਹਦਾ ਪਹਿਲੇ ਵਚਨ ਤੋਂ ਅਸੀਂ ਪੜਾਂਗੇ। ਔਰ ਮੈਂ ਰਿਕੁਐਸਟ ਕਰੂੰਗਾ ਕੋਈ ਵੀ ਇੱਕ ਜਨ ਪੜ ਦਵੇ। हे प्यारियो, हरेक आत्मा दी प्रतीत ना कर लियो, सगो आत्मियां नू परखो भई ए परमेश्वर तो हन कि नहीं, क्यों जो भले झूठे नबी संसार विच निकल आए हन। ਹਾਂਜੀ ਹਾਂਜੀ ਹਾਂਜੀ, ਪ੍ਰਭੂ ਦਾ ਧੰਨਵਾਦ ਹੈ ਇਸ ਸੁੰਦਰ ਵਚਨ ਦੇ ਲਈ। ਔਰ ਮੈਂ ਸੋਚ ਰਿਹਾ ਸੀ ਕਿ ਅੱਜ ਮੈਂ ਇਸ ਚੀਜ਼ ਨੂੰ ਵਚਨ ਦੇ ਵਿੱਚ ਵੰਡੂੰਗਾ। ਔਰ ਅਸੀਂ ਇਸ ਵਚਨ ਨੂੰ ਸੁਣਿਆ ਕਿ ਪ੍ਰੇਰਿਤ ਜਿਹੜਾ ਯੋਹੰਨਾ ਵਾ, ਪ੍ਰਭੂ ਯਿਸੂ ਮਸੀਹ ਦਾ ਚੇਲਾ ਸੀਗਾ, ਉਹ ਇਹ ਪੱਤਰੀ ਦਾ ਲਿਖਣ ਵਾਲਾ, ਉਹ ਕਹਿੰਦਾ ਕਿ ਹੇ ਪਿਆਰਿਓ, ਹਰੇਕ ਆਤਮਾ ਦੀ ਪ੍ਰਤੀਤ ਨਾ ਕਰ ਲਓ, ਸਗੋਂ ਆਤਮਿਆਂ ਨੂੰ ਪਰਖੋ ਭਈ ਉਹ ਪਰਮੇਸ਼ਰ ਤੋਂ ਹਨ ਕਿ ਨਹੀਂ, ਕਿਉਂ ਜੋ ਬਾਹਲੇ ਝੂਠੇ ਨਬੀ ਸੰਸਾਰ ਵਿੱਚ ਨਿਕਲ ਆਏ ਹਨ। ਤੇ ਇੱਥੇ ਜਿਹੜਾ ਆਪਾਂ ਦੇਖਦੇ ਹਾਂ, ਜਿਹੜਾ ਰਸੂਲ ਹੈ, ਇਹ ਪ੍ਰਭੂ ਯਿਸੂ ਮਸੀਹ ਦਾ ਚੇਲਾ ਯੋਹੰਨਾ ਹੈ, ਇਸ ਪੱਤਰੀ ਨੂੰ ਲਿਖਦਾ। ਔਰ ਇੱਥੇ ਜਦੋਂ ਸ਼ੁਰੂ ਕਰਦਾ, ਉਹ ਲਿਖਦਾ ਕਿ ਹੇ ਪਿਆਰਿਓ। ਔਰ ਅੰਗਰੇਜ਼ੀ ਦੇ ਵਿੱਚ ਮੈਂ ਦੇਖਿਆ ਤੇ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਡੀਅਰ ਫਰੈਂਡਸ ਕਰਕੇ ਉਹਨੇ ਲਿਖਿਆ ਹੈਗਾ। ਤੇ ਯਾਨੀ ਕਿ ਔਰ ਇਹ ਚੀਜ਼ ਨੂੰ ਇੰਕਿਤ ਕਰਦਾ ਹੈ, ਕਿਉਂਕਿ ਅਗਰ ਉਹਦਾ ਅਸੀਂ 2 ਅਧਿਆਏ ਵੀ ਪੜਾਂਗੇ, ਉਹਦਾ 2 ਤੋਂ ਮੈਨੂੰ ਕੱਢ ਲੈਣ ਦਿਓ, 2 ਦਾ 12 ਤੋਂ 14 ਤੱਕ ਵੀ ਉਹਨਾਂ ਨੂੰ ਇਹ ਗੱਲ ਨੂੰ ਲਿਖ ਕੇ ਕਹਿੰਦਾ ਵਾ ਕਿ ਅੰਗਰੇਜ਼ੀ ਦੇ ਵਿੱਚ ਜਿੱਦਾਂ ਮੈਂ ਪੜ੍ਹਾ ਲਿਖਿਆ, ਆਈ ਰਾਈਟ ਟੂ ਯੂ ਡੀਅਰ ਚਿਲਡਰਨ, ਆਈ ਰਾਈਟ ਟੂ ਯੂ ਫਾਦਰਸ, ਆਈ ਰਾਈਟ ਟੂ ਯੂ ਯੰਗ ਮੈਨ। ਯਾਨੀ ਕਿ ਉਹਨਾਂ ਦੇ ਵਿੱਚ ਬੱਚੇ ਵੀ ਨੇ, ਉਹਨਾਂ ਦੇ ਵਿੱਚ ਜਵਾਨ ਵੀ ਨੇ, ਔਰ ਉਹਨਾਂ ਦੇ ਵਿੱਚ ਬੁੱਢੇ ਵੀ ਨੇ, ਤੇ ਇਹਨਾਂ ਨੂੰ ਔਰ ਉਹਨਾਂ ਦੇ ਵਿੱਚ ਪਿਤਾ ਵੀ ਨੇ। ਏਦਾਂ ਕਰਕੇ ਉਹਨਾਂ ਨੂੰ ਲਿਖਦਾ ਵਾ। ਔਰ ਇਹਨਾਂ ਸਾਰੀਆਂ ਗੱਲਾਂ ਤੋਂ ਇਹਦਾ ਜਿਹੜਾ ਲਿਟਰੇਰੀ ਸਟਾਈਲ ਆ, ਅਸੀਂ ਦੇਖ ਸਕਦੇ ਹਾਂ ਕਿ ਇਹ ਤੋਂ ਪਤਾ ਲੱਗਦਾ ਕਿ ਉਸ ਸਮੇਂ ਦੀ ਜਿਹੜੀ ਕਲੀਸਿਆ ਸੀਗੀ, ਅਰਲੀ ਚਰਚ ਵੀ ਆਪਾਂ ਕਹਿ ਸਕਦੇ, ਇਟ ਕੈਨ ਬੀ ਵਨ ਆਫ ਦਾ ਅਰਲੀ ਚਰਚਸ ਆਲਸੋ, ਤੇ ਉਹਨੂੰ ਇਹ ਪੱਤਰ ਉਹਨੇ ਲਿਖਿਆ ਹੋਇਆ, ਖਤ ਲਿਖਿਆ। ਔਰ ਉਹਨਾਂ ਨੂੰ ਇਸ ਕਰਕੇ ਉਹ ਕਲੀਸਿਆ ਸੀਗੀ ਔਰ ਪਰਮੇਸ਼ਰ ਦੇ ਵਚਨ ਨੂੰ ਜਾਣਦੀ ਸੀ, ਇਸ ਕਰਕੇ ਉਹਨਾਂ ਨੂੰ ਇੱਕ ਲੈਟਰ ਲਿਖਦਾ ਵਾ। ਉਹ ਕਹਿੰਦਾ ਹੇ ਪਿਆਰਿਓ। ਅਗਰ ਅਸੀਂ ਆਪਣੇ ਸਮੇਂ ਦੇ ਵਿੱਚ ਲੈਟਰ ਦੇਖੀਏ ਤਾਂ ਅਸੀਂ ਜਦੋਂ ਕੋਈ ਵੀ ਚਿੱਠੀ ਲਿਖਦੇ ਹਾਂ, ਆਪਾਂ ਜਿੱਦਾਂ ਛੁੱਟੀ ਲੈਣੀ ਹੋਵੇ, ਕੋਈ ਵੀ ਅਸੀਂ ਲਿਖਦੇ ਆ ਰਿਸਪੈਕਟਡ ਸਰ ਕਰਕੇ ਲਿਖ ਦਿੰਦੇ ਆ, ਡੀਅਰ ਸਰ ਕਰਕੇ ਲਿਖ ਦਿੰਦੇ ਆ। ਔਰ ਇਸੇ ਤਰੀਕੇ ਨਾਲ ਵੀ ਉਸ ਸਮੇਂ ਦੇ ਲਿਟਰੇਰੀ ਸਟਾਈਲ ਦੇ ਅਨੁਸਾਰ ਇਹਨੇ ਵੀ ਕਈ ਵਾਰੀ ਯਾਨੀ ਕਿ ਹੇ ਪਿਆਰੋ ਕਰਕੇ, ਹੇ ਬੱਚਿਓ ਕਰਕੇ ਏਦਾਂ ਉਹਨਾਂ ਨੂੰ ਇੰਕਿਤ ਕੀਤਾ ਔਰ ਆਪਣਾ ਜਿਹੜਾ ਖੱਤ ਆ ਉਹ ਲਿਖਣਾ ਸ਼ੁਰੂ ਕਰ ਦਿੱਤਾ। ਫਿਰ ਉਹ ਯੋਹੰਨਾ ਕੀ ਕਰ ਰਿਹਾ ਵਾ, ਉਹਨਾਂ ਨੂੰ ਹੇ ਪਿਆਰਿਓ ਲਿਖ ਕੇ ਉਹਨਾਂ ਨੂੰ ਕੀ ਕਹਿ ਰਿਹਾ ਵਾ, ਸਾਨੂੰ ਇਹ ਦੇਖਣ ਦੀ ਲੋੜ ਆ। ਇੱਥੇ ਲਿਖਿਆ ਹੇ ਪਿਆਰਿਓ, ਹਰੇਕ ਆਤਮਾ ਦੀ ਪ੍ਰਤੀਤ ਨਾ ਕਰੋ। ਅੰਗਰੇਜ਼ੀ ਦੇ ਵਿੱਚ ਲਿਖਿਆ ਕਿ ਡੂ ਨਾਟ ਬਿਲੀਵ ਐਵਰੀ ਸਪਿਰਿਟ। ਏਦਾਂ ਕਰਕੇ ਉਹ ਲਿਖ ਰਿਹਾ, ਇੱਕ ਤਰ੍ਹਾਂ ਦੀ ਉਹਨਾਂ ਨੂੰ ਕਹਿ ਰਿਹਾ, ਉਹਨਾਂ ਨੂੰ ਆਗਿਆ ਦੇ ਰਿਹਾ, ਉਹਨਾਂ ਨੂੰ ਕਮਾਂਡ ਦੇ ਰਿਹਾ ਕਿ ਤੁਸੀਂ ਹਰੇਕ ਆਤਮਾ ਤੇ ਉੱਤੇ ਵਿਸ਼ਵਾਸ ਨਾ ਕਰ ਲਵੋ। ਵੈਸੇ ਅਗਰ ਦੇਖੀਏ ਅਸੀਂ, ਜਿਹੜਾ ਇਹਦਾ ਪੂਰਾ ਇੱਕ ਪੈਰੀਕੋਪੇ ਆ, ਪੂਰਾ ਪੈਰੀਕੋਪੇ ਬਣਦਾ ਵਾ ਅਧਿਆਇ 4 ਦਾ 1 ਤੋਂ ਲੈ ਕੇ 6 ਵਚਨ ਤੱਕ। ਵੈਸੇ ਪੂਰਾ ਪੈਰੀਕੋਪੇ ਆ, ਲੇਕਿਨ ਜਿਹੜਾ ਅੱਜ ਦਾ ਸਾਡਾ ਮਨਨ ਹੋਏਗਾ, ਸਾਡਾ ਮੇਨ ਮਨਨ ਸਾਡਾ 1 ਵਚਨ ਉੱਤੇ ਹੋਏਗਾ, 4 ਅਧਿਆਇ ਦਾ। ਇਹ ਬਹੁਤ ਹੀ ਇੱਕ ਵਾਸਟ ਚੀਜ਼ ਆ ਔਰ ਇਹਦੇ ਲਈ ਬਹੁਤ ਜ਼ਿਆਦਾ ਸਮਾਂ ਚਾਹੀਦਾ ਹੋਏਗਾ। ਔਰ ਅਸੀਂ ਦੇਖਦੇ ਹਾਂ ਕਿ ਜਦੋਂ ਯੋਹੰਨਾ ਹੈ, ਇਹ ਪੂਰੇ ਜਦੋਂ ਪੱਤਰੀ ਲਿਖਦਾ ਹੈ, ਜਦੋਂ ਯੋਹੰਨਾ ਪੂਰੀ ਪੱਤਰੀ ਲਿਖਦਾ ਹੈ, ਔਰ ਸਿਰਫ ਉਹਦੀ ਪੱਤਰੀਆਂ ਦੇ ਵਿੱਚ ਨਹੀਂ, ਜਿਹੜਾ ਯੋਹੰਨਾ ਨੇ ਆਪਣਾ ਗੋਸਪਲ ਵੀ ਲਿਖਿਆ ਹੈ, ਯਾਨੀ ਕਿ ਬਾਰ-ਬਾਰ ਕੁਝ ਏਦਾਂ ਦੇ ਸ਼ਬਦ ਨੇ, ਉਹਨਾਂ ਸ਼ਬਦਾਂ ਨੂੰ ਦਰਸਾਉਂਦਾ ਹੈ, ਦੁਹਰਾਉਂਦਾ ਹੈ, ਜਿਵੇਂ ਕਿ ਲਵ ਹੋ ਗਿਆ, ਲਾਈਫ ਹੋ ਗਿਆ, ਲਾਈਟ ਹੋ ਗਿਆ, ਟਰੁਥ ਹੋ ਗਿਆ, ਗੋਸਪਲਸ ਦੇ ਵਿੱਚ ਵੀ ਔਰ ਆਪਣੀਆਂ ਪੱਤਰੀਆਂ ਦੇ ਵਿੱਚ ਵੀ। ਔਰ ਇਹ ਇੱਕ ਤਰ੍ਹਾਂ ਦੇ ਲਵ, ਲਾਈਫ, ਲਾਈਟ, ਟਰੁਥ, ਇਹ ਇੱਕ ਤਰ੍ਹਾਂ ਦੇ ਉਹਦੇ ਮੇਨ ਥੀਮ ਵੀ ਨੇ। ਇੱਕ ਤਰ੍ਹਾਂ ਦੀ ਮੇਨ ਥੀਮ ਦੇ ਵਿੱਚ ਵੀ ਆਪਾਂ ਇਸ ਚੀਜ਼ ਨੂੰ ਕੰਸੀਡਰ ਕਰ ਸਕਦੇ ਹਾਂ। ਔਰ ਜੇ ਦੇਖੀਏ ਤਾਂ ਤੀਸਰੇ ਔਰ ਚੌਥੇ ਅਧਿਆਏ ਦੇ ਵਿੱਚ ਜਦੋਂ ਅਸੀਂ ਬਾਈਬਲ ਨੂੰ ਅਸੀਂ ਬੜੇ ਯਾਨੀ ਕਿ ਰੁਕ ਕੇ ਪੜਾਂਗੇ, ਥੋੜਾ ਹੋਰ ਜ਼ਿਆਦਾ ਤਰੀਕੇ ਨਾਲ ਸਮਝ ਕੇ ਪੜਾਂਗੇ, ਤਾਂ ਤੀਸਰੇ ਚੌਥੇ ਅਧਿਆਏ ਦੇ ਵਿੱਚ ਇੱਕ ਲਵ ਜਿਹੜਾ ਸ਼ਬਦ ਹੈ, ਉਹ ਲਵ ਸ਼ਬਦ ਉੱਤੇ ਉਹ ਲਗਾਤਾਰ ਇੱਕ ਐਗਜ਼ੋਟੇਸ਼ਨ ਦੇ ਰਿਹਾ ਵਾ। ਤੀਸਰੇ ਅਧਿਆਏ ਦੇ ਵਿੱਚ ਵੀ ਔਰ ਚੌਥੇ ਅਧਿਆਏ ਦੇ ਵਿੱਚ ਵੀ ਇੱਕ ਬਹੁਤ ਹੀ ਲੰਬੀ ਐਗਜ਼ੋਟੇਸ਼ਨ ਅਬਾਊਟ ਲਵ ਉਹ ਦੇ ਰਿਹਾ। ਲੇਕਿਨ ਜਿਹੜਾ ਅਸੀਂ ਇਹ ਵਚਨ, ਇਹ ਜਿਹੜਾ ਪੈਰੀਕੋਪੇ ਆ 4 ਦਾ 1 ਤੋਂ 6, ਇਹ ਕਿਸ ਟੌਪਿਕ ਉੱਤੇ ਗੱਲ ਕਰ ਰਿਹਾ? ਇਹ ਸਪਿਰਿਟ ਟੌਪਿਕ ਉੱਤੇ ਗੱਲ ਕਰ ਰਿਹਾ। ਯਾਨੀ ਕਿ ਕਹਿ ਲਓ ਇੰਨਾ ਵੱਡਾ, ਯਾਨੀ ਕਿ ਲਵ ਉੱਤੇ 3 ਔਰ 4 ਅਧਿਆਏ ਇਹ ਲਵ ਉੱਤੇ ਗੱਲ ਕਰ ਰਿਹਾ, ਤੇ 4 ਅਧਿਆਏ ਦੇ ਯਾਨੀ ਕਿ ਇੱਥੇ ਲਾ ਲਓ ਮਿਡਲ ਦੇ ਵਿੱਚ ਉਹ ਸਪਿਰਿਟ ਟੌਪਿਕ ਦੀ ਗੱਲ ਕਰ ਰਿਹਾ। ਤੇ ਜਦੋਂ ਅਸੀਂ ਇਹਨੂੰ ਪੜ੍ਹਦੇ ਹਾਂ 3 ਅਧਿਆਏ ਦੇ ਜਦੋਂ ਐਂਡ ਕਰਦੇ ਹਾਂ ਔਰ 23-24 ਵਚਨ ਦੇ ਵਿੱਚ ਇੱਕ ਇਸ ਤਰੀਕੇ ਦਾ ਲੱਗਦਾ ਕਿ ਲਵ ਦਾ ਟੌਪਿਕ ਹਲੇ ਯਾਨੀ ਕਿ ਇੱਕ ਐਬਰਪਟ ਐਂਡਿੰਗ ਹੋ ਗਈ, ਯਾਨੀ ਕਿ ਇੱਕ ਐਂਡਿੰਗ ਸਾਨੂੰ ਲੱਗ ਨਹੀਂ ਰਹੀ ਕਿ ਉਸ ਤੋਂ ਬਾਅਦ ਡਾਇਰੈਕਟਲੀ ਜਿਹੜਾ ਯੋਹੰਨਾ ਪ੍ਰੇਰਿਤ ਆ ਇੱਕਦਮ ਉਹ ਸਪਿਰਿਟ ਵਾਲੇ ਟੌਪਿਕ ਦੇ ਵਿੱਚ ਐਂਟਰ ਕਰ ਜਾਂਦਾ।
ਈਵਨ 24 ਵਚਨ ਤੋਂ ਹੀ, 24 ਵਚਨ ਦਾ ਬਿਲਕੁਲ ਆਖਰੀ, ਉਹ ਆਤਮਾ ਦੇ ਸ਼ਬਦ ਜਿਹੜਾ ਵਾ ਉੱਥੋਂ ਐਂਟਰ ਕਰ ਜਾਂਦਾ, ਕਿਉਂਕਿ ਉਹ ਪਹਿਲਾਂ ਕੰਟੀਨਿਊਸਲੀ ਕੀ ਕਰ ਰਿਹਾ ਵਾ, ਉਹ ਲਵ ਉੱਤੇ ਬੋਲ ਰਿਹਾ, ਫਿਰ ਇੱਕਦਮ ਸਪਿਰਿਟ ਉੱਤੇ ਉਹ ਆ ਗਿਆ। ਕਿਉਂਕਿ ਔਰ ਇਹ ਚੀਜ਼ ਨੂੰ ਅਸੀਂ ਸਮਝਣ ਲਈ, ਕਿਉਂਕਿ ਉਹ ਕਹਿ ਰਿਹਾ ਵਾ ਕਿ ਹਰੇਕ ਆਤਮਾ ਦੀ ਪ੍ਰਤੀਤ ਨਾ ਕਰੋ, ਇਹ ਸਮਝਣ ਲਈ ਕਿਉਂ ਉਹ ਆਗਿਆ ਦੇ ਰਿਹਾ ਵਾ। ਔਰ ਆਤਮਾ ਦਾ ਟੌਪਿਕ ਉਹ ਕਿਉਂ ਬੋਲ ਰਿਹਾ, ਇਹ ਤੋਂ ਪਤਾ ਲੱਗਦਾ ਕਿ ਕੁਛ ਨਾ ਕੁਛ ਤੇ ਉੱਥੇ ਚੀਜ਼ ਹੋਏਗੀ, ਕਿ ਉਹ ਆਤਮਾ ਦੇ ਟੌਪਿਕ ਉੱਤੇ ਕਿਉਂ ਗੱਲ ਕਰਨ ਲੱਗ ਗਿਆ, ਕਿ ਲਵ ਦੇ ਟੌਪਿਕ ਦੇ ਵਿੱਚ ਆਤਮਾ ਦੀ ਟੌਪਿਕ ਗੱਲ ਕਰਨ ਲੱਗ ਗਿਆ, ਕੋਈ ਨਾ ਕੋਈ ਤੇ ਚੀਜ਼ ਹੋਏਗੀ। ਇਸ ਲਈ ਸਾਨੂੰ ਕੀ ਕਰਨਾ ਪਏਗਾ, ਉਸ ਸਮੇਂ ਦਾ ਕੀ ਸੀਗਾ ਜਿਹੜਾ ਸੰਦਰਭ ਸੀਗਾ, ਉਹ ਸਾਨੂੰ ਸਮਝਣ ਦੀ ਬੜੀ ਲੋੜ ਹੈ। ਇਹ ਮੰਨਿਆ ਜਾਂਦਾ ਕਿ ਇਹ ਜਿਹੜੇ ਰਿਸੀਪੀਐਂਟ ਸੀਗੇ ਲੈਟਰ ਦੇ, ਜਿਹੜੀ ਆਡੀਅנס ਸੀਗੀ, ਜਿਹੜੇ ਜਿਨ੍ਹਾਂ ਨੇ ਇਹ ਲੈਟਰ ਨੂੰ ਰੀਡ ਕਰਨਾ ਸੀਗਾ, ਉਹ ਬਹੁਤ ਹੀ ਇੱਕ ਸਟਰੋਂਗ ਕ੍ਰਿਸਚੀਅਨ ਸੀਗੇ। ਉਹਨਾਂ ਨੇ ਅਪੋਸਟਲਸ ਦੇ ਦੁਆਰਾ ਜਿਹੜੀਆਂ ਟੀਚਿੰਗ ਸੀਗੀਆਂ ਉਹ ਲਈਆਂ ਹੋਈਆਂ ਸੀਗੀਆਂ। ਜਦੋਂ ਅਸੀਂ 2 ਦਾ 12 ਤੋਂ 14 ਇਹ ਪਿਆਰਿਓ ਚਿਲਡਰਨ ਯੰਗ ਮੈਨ ਕਹਿ ਕੇ, ਫਾਦਰਸ ਕਹਿ ਕੇ ਉਹਨਾਂ ਨੂੰ ਕਹਿ ਰਿਹਾ, ਇੰਕਿਤ ਕਰ ਰਿਹਾ, ਤੇ ਇਹ ਯਾਨੀ ਕਿ ਇਹ ਪਹਿਲਾਂ ਤੋਂ ਹੀ ਵਿਸ਼ਵਾਸੀ ਸੀ, ਉਹਨਾਂ ਨੂੰ ਲੈਟਰ ਲਿਖ ਰਿਹਾ, ਔਰ ਇਹ ਬਹੁਤ ਹੀ ਸਟਰੋਂਗ ਕ੍ਰਿਸਚੀਅਨ ਸੀਗੇ। ਲੇਕਿਨ ਕੀ ਹੋਇਆ, ਬਹੁਤ ਸਾਰੀਆਂ ਟੀਚਿੰਗਸ ਜਿਹੜੀਆਂ ਸੀਗੀਆਂ, ਗਲਤ ਟੀਚਿੰਗ, ਰੋਂਗ ਟੀਚਿੰਗ ਸੀਗੀਆਂ, ਉਹ ਚਰਚ ਦੇ ਵਿੱਚ ਆ ਗਈਆਂ। ਉਸਨੇ ਕੀ ਕੀਤਾ, ਬਲੀਵਰਸ ਨੂੰ, ਕੁਝ ਬਲੀਵਰਸ ਨੂੰ ਮੈਨੀਪੂਲੇਟ ਕਰ ਦਿੱਤਾ, ਔਰ ਬਹੁਤ ਸਾਰੇ ਜਿਹੜੇ ਝੂਠੇ ਜਿਹੜੇ ਲੋਕ ਸੀਗੇ ਗਲਤ ਟੀਚਿੰਗ ਦੇ ਇਨਫਲੂਐਂਸ ਦੇ ਵਿੱਚ ਆ ਕੇ ਕਲੀਸਿਆ ਦੇ ਵਿੱਚ ਹੀ ਉੱਠ ਖੜੇ ਹੋਏ। ਔਰ 2 ਦਾ 19 ਵਚਨ ਸਾਨੂੰ ਦੱਸਦਾ ਵਾ ਕਿ ਉਹ ਉਹਨਾਂ ਦੇ ਵਿੱਚੋਂ ਹੀ ਲੋਕ ਨਿਕਲੇ, ਵਿਸ਼ਵਾਸੀਆਂ ਦੇ ਵਿੱਚੋਂ ਹੀ ਉਹ ਲੋਕ ਨਿਕਲੇ। ਔਰ ਜਿਹੜੇ ਟ੍ਰੈਡੀਸ਼ਨ ਵੀ ਸਾਨੂੰ ਦੱਸਦੇ ਨੇ ਕਿ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਕੀ ਕੀਤਾ, ਆਪਣੇ ਨਾਲ ਮਿਲਾ ਲਿਆ, ਔਰ ਬਾਕੀ ਲੋਕਾਂ ਨੂੰ ਵੀ ਕੀ ਕਰਦੇ ਸੀ, ਉਹ ਗਲਤ ਸਿੱਖਿਆ ਦੇ ਵਿੱਚ ਉਹਨਾਂ ਨੂੰ ਪਾਉਂਦੇ ਸੀਗੇ। 2 ਮਿੰਟ ਮੈਂ ਕੁਝ ਦੇਖ ਰਿਹਾ ਹਾਂ। ਔਰ ਉਹ ਜਿਹੜੇ ਗਲਤ ਲੋਕ ਸੀਗੇ ਉਹ ਕੀ ਕਰਦੇ ਹੁੰਦੇ ਸੀਗੇ, ਝੂਠੇ ਲੋਕ ਸੀਗੇ, ਉਹ ਪ੍ਰਭੂ ਯਿਸੂ ਮਸੀਹ ਦੀਆਂ ਟੀਚਿੰਗਸ ਔਰ ਅਪੋਸਟਲਸ ਦੀ ਟੀਚਿੰਗਸ ਉੱਤੇ ਨਹੀਂ ਸੀ ਚੱਲਦੇ। ਲੇਕਿਨ ਇੱਕ ਸਾਨੂੰ ਪਤਾ ਕਿ ਫਸਟ ਔਰ ਸੈਕੰਡ ਸੈਂਚੁਰੀ ਦੇ ਵਿੱਚ ਨੋਸਟਿਸਿਜ਼ਮ ਕਰਕੇ ਟੀਚਿੰਗ ਆਈ ਸੀ, ਹੈਨਾ। ਔਰ ਨੋਸਟਿਸਿਜ਼ਮ, ਕਿਉਂਕਿ ਅੱਜ ਵੀ ਗਲਤ ਟੀਚਿੰਗਸ ਨੇ, ਪਹਿਲਾਂ ਵੀ ਟੀਚਿੰਗ ਸੀਗੀਆਂ ਗਲਤ, ਔਰ ਉਸ ਟੀਚਿੰਗ ਨੂੰ ਫਸਟ ਸੈਕੰਡ ਸੈਂਚੁਰੀ ਦੇ ਵਿੱਚ ਉਹਨੂੰ ਨੋਸਟਿਸਿਜ਼ਮ ਕਹਿੰਦੇ ਹੁੰਦੇ ਸੀ। ਤੇ ਉਹ ਜਿਹੜੇ ਨੋਸਟਿਸਿਜ਼ਮ ਦੇ ਨਾਲ ਪ੍ਰਭਾਵਿਤ ਲੋਕ ਸੀ, ਉਹ ਕੀ ਕਹਿੰਦੇ ਸੀਗੇ ਕਿ ਸਾਡਾ ਪਰਮੇਸ਼ਵਰ ਦੇ ਨਾਲ ਫੈਲੋਸ਼ਿਪ ਤਾਂ ਹੈ, ਲੇਕਿਨ ਉਹ ਫਿਰ ਵੀ ਕੀ ਆ, ਉਹ ਹਨੇਰੇ ਦੇ ਕੰਮਾਂ ਨੂੰ ਪਸੰਦ ਕਰਦੇ ਸੀ, ਉਹ ਡਾਰਕਨੈਸ ਦੇ ਵਿੱਚ ਚੱਲਦੇ ਹੁੰਦੇ ਸੀ। ਉਹ ਇਸ ਚੀਜ਼ ਨੂੰ ਕਲੇਮ ਕਰਦੇ ਸੀਗੇ ਕਿ ਅਸੀਂ ਪਰਮੇਸ਼ਵਰ ਨੂੰ ਅਸੀਂ ਜਾਣਦੇ ਹਾਂ, ਇਹ ਗੱਲ ਨੂੰ ਕਹਿ ਕੇ ਉਹ ਪਰਮੇਸ਼ਵਰ ਦੇ ਹੁਕਮਾਂ ਨੂੰ ਨਹੀਂ ਸੀ ਮੰਨਦੇ ਹੁੰਦੇ। ਉਹ ਇਸ ਗੱਲ ਨੂੰ ਵੀ ਕਹਿੰਦੇ ਸੀਗੇ ਅਸੀਂ ਜੋਤੀ ਦੇ ਵਿੱਚ ਹੀ ਜੋਤੀ ਦੇ ਵਿੱਚ ਚੱਲਦੇ ਹਾਂ, ਲੇਕਿਨ ਕੀ ਕਰਦੇ ਸੀਗੇ, ਉਹ ਆਪਣੇ ਭਰਾਵਾਂ ਨੂੰ ਪ੍ਰੇਮ ਨਹੀਂ ਸੀ ਕਰਦੇ ਹੁੰਦੇ। ਤੇ ਇਸੇ ਕਰਕੇ ਜਿਹੜਾ ਯੋਹਨਾ ਆਪਣੀ ਪੱਤਰੀ ਦੇ ਵਿੱਚ ਇਹ ਵੀ ਲਿਖਦਾ ਕਿ ਆਈ ਥਿੰਕ 4 ਦਾ 20, ਸ਼ਾਇਦ ਮੈਂ ਸ਼ੋਰ ਨਹੀਂ ਆ, ਉਹਦੇ ਵਿੱਚ ਕਹਿੰਦਾ ਵਾ ਕਿ ਜੇ ਤੁਸੀਂ ਕਹਿੰਦੇ ਹੋ ਨਾ ਵੀ ਅਸੀਂ ਆਪਣੇ ਭਰਾਵਾਂ ਨੂੰ ਨਹੀਂ ਪਿਆਰ ਕਰਦੇ, 4 ਦਾ 20, ਆਈ ਥਿੰਕ ਇਹਨੂੰ ਦੇਖਣਾ ਪੈਣਾ 4 ਦਾ 20 ਕੀ ਹੈ। ਹਾਂ, ਜੇ ਕੋਈ ਆਖੇ ਭਾਈ ਮੈਂ ਪਰਮੇਸ਼ਵਰ ਨਾਲ ਪ੍ਰੇਮ ਰੱਖਦਾ ਹਾਂ ਅਤੇ ਆਪਣੇ ਭਰਾ ਨਾਲ ਵੈਰ ਰੱਖੇ ਤਾਂ ਉਹ ਝੂਠਾ ਹੈ, ਕਿਉਂਕਿ ਜਿਹੜਾ ਆਪਣੇ ਭਰਾ ਨਾਲ ਉਸਨੇ ਵੇਖਿਆ ਹੈ ਪ੍ਰੇਮ ਨਹੀਂ ਰੱਖਦਾ। ਇਹ ਯੋਹਨਾ ਨੇ ਇਹਨਾਂ ਗੱਲਾਂ ਨੂੰ ਲਿਖਿਆ ਕਿਉਂਕਿ ਉਸ ਸਮੇਂ ਜਿਹੜੇ ਝੂਠੇ ਲੋਕ ਸੀਗੇ ਗਲਤ ਸਿੱਖਿਆ ਦੇ ਅਨੁਸਾਰ ਚੱਲਦੇ ਸੀਗੇ ਔਰ ਆਪਣੇ ਭਰਾਵਾਂ ਦੇ ਨਾਲ ਪ੍ਰੇਮ ਨਹੀਂ ਰੱਖਦੇ ਹੁੰਦੇ ਸੀ। ਤੇ ਇਸੇ ਕਰਕੇ ਯੋਹਨਾ ਇਹਨਾਂ ਗੱਲਾਂ ਨੂੰ ਬਾਰ-ਬਾਰ ਲਿਖਦਾ ਔਰ ਪ੍ਰੇਮ ਉੱਤੇ ਖਾਸ ਕਰਕੇ ਉਹਦਾ ਜ਼ਿਆਦਾ ਫੋਕਸ ਰਹਿੰਦਾ ਵਾ। ਤੇ ਅਸੀਂ ਜਿਵੇਂ 2 ਦੇ 19 ਦੇ ਵਿੱਚ ਅਸੀਂ ਦੇਖ ਲਿਆ ਕਿ ਬਹੁਤ ਸਾਰੇ ਝੂਠੇ ਜਿਹੜੇ ਸੀਗੇ ਉਹ ਚਰਚ ਦੇ ਵਿੱਚੋਂ ਹੀ ਉੱਠ ਖੜੇ ਹੋਏ ਸੀਗੇ। ਔਰ ਤਾਂ ਕਰਕੇ ਇਹ ਜਿਹੜਾ ਯੋਹਨਾ ਹੈ, ਇਹ ਰਸੂਲ ਯੋਹਨਾ ਹੈ, ਕੀ ਕਰਦਾ ਵਾ, ਇਹ ਲੋਕਾਂ ਦੇ ਕੰਟਰਾਸਟ ਦੇ ਵਿੱਚ ਕੀ ਕਰਦਾ ਵਾ, ਉਹ ਲੋਕਾਂ ਨੂੰ ਉਹ ਆਪਣੇ ਜਿਹੜੇ ਵਿਸ਼ਵਾਸੀ ਲੋਕ ਨੇ, ਜਿਹੜੇ ਮਜ਼ਬੂਤ ਵਿਸ਼ਵਾਸੀ ਨੇ, ਉਹਨਾਂ ਨੂੰ ਲਿਖਦਾ ਤਾਂ ਕਿ ਉਹ ਵੀ ਲੋਕ ਭਟਕ ਨਾ ਜਾਣ। ਇਸ ਲਈ ਲੈਟਰ ਦੇ ਦੁਆਰਾ ਉਹਨਾਂ ਨੂੰ ਕੀ ਕਰ ਰਿਹਾ, ਮਜ਼ਬੂਤ ਕਰ ਰਿਹਾ। ਤਾਂ ਕਰਕੇ ਉਹਨਾਂ ਨੂੰ ਇੱਕ ਆਗਿਆ ਦੇ ਰਿਹਾ ਹੈ ਕਿ ਬਹੁਤ ਸਾਰੇ ਲੋਕੀ ਤਾਂ ਚਲੇ ਗਏ, ਲੇਕਿਨ ਤੁਸੀਂ ਕੀ ਕਰੋ, ਡੂ ਨਾਟ ਬਿਲੀਵ ਐਵਰੀ ਸਪਿਰਿਟ, ਹਰੇਕ ਆਤਮਾ ਦੇ ਉੱਤੇ ਕੀ ਨਾ ਕਰੋ, ਤੁਸੀਂ ਪ੍ਰਤੀਤ ਨਾ ਕਰੋ। ਇੱਥੇ ਪੰਜਾਬੀ ਚ ਲਿਖਿਆ ਪ੍ਰਤੀਤ ਨਾ ਕਰੋ, ਯਾਨੀ ਕਿ ਤੁਸੀਂ ਵਿਸ਼ਵਾਸ ਨਾ ਕਰੋ। 3 ਦਾ 24 ਕੋਈ ਵੀ ਇੱਕ ਜਾਣਾ ਅਨਮਿਊਟ ਕਰਕੇ ਮੈਂ ਕਹੂੰਗਾ ਕਿ 3 ਦਾ 24 ਇੱਕ ਵਾਰੀ ਪੜਾਂਗੇ ਅਸੀਂ, ਲਾਸਟ ਆਇਤ 3 ਦਾ 24। ਅਤੇ ਜਿਹੜਾ ਉਹਦੇ ਹੁਕਮਾਂ ਦੀ ਪਾਲਣਾ ਕਰਦਾ ਹੈ, ਇਹ ਉਹਦੇ ਵਿੱਚ ਅਤੇ ਉਹ ਇਹਦੇ ਵਿੱਚ ਰਹਿੰਦਾ ਹੈ। ਉਹਨੇ ਆਤਮਾ ਸਾਨੂੰ ਦਿੱਤਾ ਹੈ, ਇਸ ਤੋਂ ਅਸੀਂ ਜਾਣਦੇ ਹਾਂ ਕਿ ਉਹ ਸਾਡੇ ਵਿੱਚ ਰਹਿੰਦਾ ਹੈ। ਹਾਂਜੀ, ਪ੍ਰਭੂ ਦਾ ਧੰਨਵਾਦ ਇਸ ਵਚਨ ਪੜ੍ਹਨ ਜਾਣ ਤੇ। ਔਰ ਇੱਥੇ ਯੋਹਨਾ ਕਹਿ ਰਿਹਾ ਕਿ ਅਸੀਂ ਜਾਣਦੇ ਹਾਂ ਕਿ ਉਹ ਸਾਡੇ ਵਿੱਚ ਰਹਿੰਦਾ ਹੈ। ਔਰ ਇਹ ਗੱਲ ਸਾਨੂੰ ਕਿੱਥੋਂ ਪਤਾ ਲੱਗਦੀ ਆ? ਇਹ ਸਾਨੂੰ ਆਤਮਾ ਤੋਂ ਜ਼ਾਹਿਰ ਹੁੰਦੀ ਆ।
ਇਹ ਸਾਨੂੰ ਆਤਮਾ ਤੋਂ ਜ਼ਾਹਿਰ ਹੁੰਦੀ ਹੈ ਕਿ ਉਹ ਸਾਡੇ ਵਿੱਚ ਰਹਿੰਦਾ ਹੈ। ਲੇਕਿਨ ਇਹ ਗੱਲ ਨੂੰ ਕਹਿੰਦੇ ਸਾਰ ਫਟਾਫਟ ਇਹ ਯੋਹੰਨਾ ਕੀ ਕਰਦਾ, ਉਸੇ ਵੇਲੇ ਕਹਿੰਦਾ ਕਿ ਤੁਸੀਂ ਹਰੇਕ ਆਤਮਾ ਦੀ ਪ੍ਰਤੀਤ ਨਾ ਕਰੋ, ਕਿਉਂਕਿ ਇਹ ਜਿਹੜੇ ਝੂਠੇ ਸਿੱਖ ਇਹ ਸਹੀ ਸਿੱਖਿਆ ਉੱਤੇ ਨਹੀਂ ਸੀ ਚੱਲਦੇ, ਔਰ ਇਹ ਕੀ ਕਹਿੰਦੇ ਸੀਗੇ, ਸਾਨੂੰ ਆਤਮਾ ਦੇ ਦੁਆਰਾ ਸਾਡੇ ਵਿੱਚ ਆਤਮਾ ਰਹਿੰਦਾ ਹੈ। ਉਹ ਕਹਿੰਦੇ ਸੀ ਸਾਡੇ ਵਿੱਚ ਆਤਮਾ ਰਹਿੰਦਾ ਹੈ, ਔਰ ਪਰਮੇਸ਼ਰ ਦੀ ਸਹੀ ਸਿੱਖਿਆ ਉੱਤੇ ਨਹੀਂ ਸੀ ਚੱਲਦੇ। ਔਰ ਕੀ ਹੁੰਦਾ ਸੀਗਾ, ਬਹੁਤ ਸਾਰੇ ਲੋਕ ਇਹਨਾਂ ਉੱਤੇ ਕੀ ਕਰ ਲੈਂਦੇ ਸੀ, ਵਿਸ਼ਵਾਸ ਕਰ ਲੈਂਦੇ ਸੀ। ਔਰ ਅੱਜ ਦੇ ਸਮੇਂ ਦੇ ਵਿੱਚ ਵੀ ਅਗਰ ਅਸੀਂ ਦੇਖੀਏ ਕਿ ਕਲੀਸਿਆਵਾਂ ਦੇ ਵਿੱਚ ਸੇਮ ਕਈ ਵਾਰ ਚੀਜ਼ ਹੁੰਦੀ ਆ। ਲੋਕੀ ਕੀ ਕਹਿੰਦੇ ਨੇ ਕਿ ਪਰਮੇਸ਼ਰ ਇਹ ਚੀਜ਼ ਪ੍ਰਗਟ ਕੀਤੀ ਹੈ, ਲੇਕਿਨ ਉਹਦੀ ਗਾਰੰਟੀ ਕੋਈ ਨਹੀਂ ਆ, ਕਿਉਂਕਿ ਕੋਈ ਵੀ ਇਹ ਚੀਜ਼ ਨੂੰ ਕਰ ਸਕਦਾ। ਔਰ ਅੱਜ ਦਾ ਸਮਾਂ ਦੇਖ ਲਈਏ, ਔਰ ਫਸਟ ਸੈਂਚੁਰੀ ਦੇ ਸਮੇਂ ਦੇ ਵਿੱਚ ਵੀ ਇਹੀ ਪ੍ਰੋਬਲਮ ਚੱਲ ਰਹੀਆਂ ਸੀ। ਕਿਉਂਕਿ ਅਗਰ ਅਸੀਂ ਪੌਲਸ ਦੀ ਲਿਖੀ ਹੋਈ ਜਿਹੜੀ ਕੁਰਿੰਥੀਆਂ ਨੂੰ ਪਹਿਲੀ ਪੱਤਰੀ ਆ, ਉਹਦੇ ਵਿੱਚ 12ਵੇਂ ਅਧਿਆਇ ਦੇ ਵਿੱਚ ਬਹੁਤ ਸਾਰੇ ਯਾਨੀ ਕਿ ਗਿਫਟ ਮੈਂਸ਼ਨ ਕੀਤੇ ਗਏ ਨੇ, ਹੋਲੀ ਸਪਿਰਿਟ ਦੇ ਤੋਹਫੇ ਮੈਂਸ਼ਨ ਕੀਤੇ ਗਏ। ਔਰ ਉਹਦੇ ਵਿੱਚ ਜਿਵੇਂ ਭਵਿੱਖਬਾਣੀ ਦਾ ਵਰਦਾਨ ਹੋ ਗਿਆ, ਪ੍ਰੋਫੈਸੀ ਹੋ ਗਈ। ਔਰ ਇਹਨਾਂ ਦੇ ਦੁਆਰਾ ਕੀ ਹੁੰਦਾ ਸੀਗਾ, ਇਹ ਜਦੋਂ ਪ੍ਰੋਫੈਸੀ ਕੀਤੀ ਜਾਂਦੀ ਸੀ ਜਾਂ ਕੁਝ ਵੀ ਆ, ਇਹਦੇ ਦੁਆਰਾ ਯਾਨੀ ਕਿ ਇੱਕ ਵੈਲਿਡਿਟੀ ਹੁੰਦੀ ਸੀ, ਇੱਕ ਟਰੂਥਨੈਸ ਹੁੰਦੀ ਸੀ ਕਿ ਜਿਹੜੇ ਬੰਦੇ ਨੇ ਪ੍ਰੋਫੈਸੀ ਕੀਤੀ ਆ, ਇਹ ਸਿੱਧਾ ਇਹ ਪਰਮੇਸ਼ਰ ਤੇ ਆਏ ਹੋਏ ਸ਼ਬਦ ਹੈ। ਤੇ ਉਸ ਸਮੇਂ ਤੇ ਝੂਠੇ ਲੋਕ ਇਸ ਚੀਜ਼ ਦਾ ਫਾਇਦਾ ਚੁੱਕ ਕੇ ਉਹ ਕਹਿਣ ਲੱਗੇ ਸੀ ਕਿ ਅਸੀਂ ਆਪਣੇ ਭਰਾਵਾਂ ਨੂੰ ਪ੍ਰੇਮ ਨਹੀਂ ਕਰਦੇ, ਲੇਕਿਨ ਪਰਮੇਸ਼ਰ ਦਾ ਆਤਮਾ ਸਾਡੇ ਵਿੱਚ ਰਹਿੰਦਾ ਹੈ। ਇਹ ਗੱਲਾਂ ਸਾਡੇ ਤੋਂ ਪਰਮੇਸ਼ਰ ਤੇ ਸਾਰੇ ਲੋਕ ਨੇ ਕੀ ਕਰ ਲਿਆ, ਕੀ ਹੋਣ ਲੱਗਾ, ਕਲੀਸਿਆ ਦੇ ਵਿੱਚ ਮੈਨੀਪੂਲੇਸ਼ਨ ਹੋਣ ਲੱਗ ਗਈ। ਜਿਹੜੇ ਬਹੁਤ ਸਾਰੇ ਸਹੀ ਸਿੱਖਿਆ ਦੇ ਲੋਕ ਗਲਤ ਸਿੱਖਿਆ, ਉਹ ਸਹੀ ਸਿੱਖਿਆ ਤੋਂ ਹਟ ਕੇ ਗਲਤ ਸਿੱਖਿਆ ਦੇ ਵਿੱਚ ਕੀ ਹੋ ਗਏ, ਉਹਦੇ ਵਿੱਚ ਐਡ ਹੋ ਗਏ। ਤੇ ਇਹ ਕੁਝ ਕੰਸਰਨ ਸੀਗੇ, ਇਹ ਕੁਝ ਟੈਨਸ਼ਨ ਸੀਗੀਆਂ ਜਿਹੜੀਆਂ ਚਰਚ ਦੇ ਵਿੱਚ ਚੱਲਦੀਆਂ ਸੀਗੀਆਂ ਉਸ ਸਮੇਂ। ਇਸੇ ਕਰਕੇ ਜਿਹੜਾ ਯੋਹੰਨਾ ਰਸੂਲ ਸੀਗਾ, ਉਹਨੇ ਬੜਾ ਹੀ ਇਹਨੂੰ ਜ਼ਰੂਰੀ ਸਮਝਿਆ ਕਿ ਮੈਂ ਕਲੀਸਿਆ ਨੂੰ ਇਸ ਚੀਜ਼ ਦੀ ਚੇਤਾਵਨੀ ਦਵਾਂ ਕਿ ਤੁਸੀਂ ਇਹ ਤਾਂ ਜਾਣਦੇ ਹੋ, ਜਿਵੇਂ ਅਸੀਂ 24 ਵਚਨ ਦੇ ਪੜ੍ਹਿਆ, ਤੁਸੀਂ ਇਹ ਤਾਂ ਜਾਣਦੇ ਹੋ ਕਿ ਉਹ ਸਾਡੇ ਵਿੱਚ ਰਹਿੰਦਾ ਹੈ ਔਰ ਇਹ ਗੱਲ ਸਾਨੂੰ ਆਤਮਾ ਤੋਂ ਪ੍ਰਗਟ ਹੁੰਦੀ ਹੈ। ਪਰ ਤੁਸੀਂ ਇਹ ਵੀ ਯਾਦ ਰੱਖੋ 4:1 ਦੇ ਅਨੁਸਾਰ ਕਿ ਤੁਸੀਂ ਹਰੇਕ ਆਤਮਾ ਦੀ ਪ੍ਰਤੀਤ ਨਹੀਂ ਕਰਨੀ। ਲੇਕਿਨ ਅਗਰ ਆਤਮਾ ਦੀ ਪ੍ਰਤੀਤ ਨਹੀਂ ਕਰਨੀ, ਉਹਦੇ ਉਲਟ ਸਾਨੂੰ ਕੀ ਕਰਨ ਲਈ ਕਹਿ ਰਿਹਾ, ਸਗੋਂ ਆਤਮਿਆਂ ਨੂੰ ਪਰਖੋ। ਮੇਰੇ ਜੀਜੋ, ਅਗਰ ਅਸੀਂ ਦੇਖੀਏ ਤਾਂ ਸਾਡੀ ਕਲੀਸਿਆਵਾਂ ਦੇ ਵਿੱਚ ਇੱਕ ਚੀਜ਼ ਦੀ ਕਮੀ ਆ। ਉਹ ਮੈਂ ਯੂਨੀਵਰਸਲ ਚਰਚ ਦੀ ਗੱਲ ਕਰ ਰਿਹਾ। ਈਵਨ ਬਹੁਤ ਸਾਰੇ ਚਰਚਸ ਆਲਮੋਸਟ ਕੀ ਕਹਿੰਦੇ ਨੇ, ਯਾਨੀ ਕਿ ਉਹਨਾਂ ਦੀ ਲੈਕਨੈਸ ਆ ਉਹਦੀ ਟੈਸਟਿੰਗ ਦੀ। ਅੱਜ ਅਸੀਂ ਕੋਈ ਵੀ ਚੀਜ਼ ਲੈ ਲੈਂਦੇ ਆ, ਲੇਕਿਨ ਉਹਨੂੰ ਟੈਸਟ ਕਰਕੇ ਨਹੀਂ ਦੇਖਦੇ। ਔਰ ਜਦੋਂ ਅਸੀਂ ਟੈਸਟ ਕਰਕੇ ਨਹੀਂ ਦੇਖਦੇ ਔਰ ਅਸੀਂ ਉਹ ਕੋਈ ਵੀ ਸਾਨੂੰ ਕੋਈ ਵੀ ਸਿੱਖਿਆ ਸੁਣਾ ਦੇਗਾ, ਅਸੀਂ ਕੀ ਕਰਾਂਗੇ, ਉਹ ਸਿੱਖਿਆ ਦੇ ਵਿੱਚ ਆ ਜਾਵਾਂਗੇ। ਔਰ ਇਹ ਇੱਕ ਬਹੁਤ ਹੀ ਖਤਰਨਾਕ ਚੀਜ਼ ਹੈ, ਕਿਉਂਕਿ ਜਲੰਧਰ ਦੇ ਵਿੱਚ ਇੱਕ ਵਾਰੀ ਮੈਂ ਸੁਣਿਆ, ਕੋਈ ਮੇਰਾ ਦੋਸਤ ਸੀਗਾ, ਉਹ ਜਲੰਧਰ ਦੇ ਕਿਸੇ ਚਰਚ ਦੇ ਵਿੱਚ ਗਿਆ ਔਰ ਉਹਨੇ ਕਿਹਾ ਕਿ ਇੱਕ ਲੜਕੀ ਸੀਗੀ, ਇੱਕ ਜਵਾਨ ਲੜਕੀ, ਉਹਨੇ ਕੀ ਕੀਤਾ, ਅਨਿਆ ਭਾਸ਼ਾ ਬੋਲਣੀ ਸ਼ੁਰੂ ਕਰ ਦਿੱਤੀ। ਜਦੋਂ ਅਨਿਆ ਭਾਸ਼ਾ ਬੋਲਣੀ ਸ਼ੁਰੂ ਕਰ ਦਿੱਤੀ ਤੇ ਬਾਅਦ ਵਿੱਚ ਪਤਾ ਲੱਗਾ ਕਿ ਉਹਦੇ ਅੰਦਰ ਦੁਸ਼ਟ ਆਤਮਾ ਸੀਗਾ। ਤੇ ਇਹਨਾਂ ਕਾਰਨਾਂ ਕਰਕੇ ਕੀ ਹੁੰਦਾ, ਅਸੀਂ ਪਛਾਣ ਨਹੀਂ ਪਾਉਂਦੇ ਕਿ ਕਿਹੜਾ ਆਤਮਾ ਪਰਮੇਸ਼ਰ ਤੋਂ ਤੇ ਕਿਹੜਾ ਆਤਮਾ ਸ਼ੈਤਾਨ ਤੋਂ ਆ। ਅਗਰ ਟੈਸਟਿੰਗ ਨਹੀਂ ਹੋਏਗੀ ਤੇ ਕੀ ਹੋਏਗਾ, ਕੋਈ ਵੀ ਡਿਮੋਨਿਕ ਜਿਹੜੀ ਸਪਿਰਿਟ ਆ, ਡਿਮੋਨਿਕ ਸਪਿਰਿਟ ਪਰਮੇਸ਼ਰ ਦਾ ਆਤਮਾ ਦਾ ਕਹਿ ਕੇ ਕਿ ਮੈਂ ਪਰਮੇਸ਼ਰ ਦੀ ਮੈਂ ਮੇਰੇ ਅੰਦਰ ਪਰਮੇਸ਼ਰ ਦਾ ਆਤਮਾ ਆ, ਉਹ ਕੁਝ ਵੀ ਬੋਲ ਦੇਗਾ ਤੇ ਲੋਕੀ ਕੀ ਕਰਨਗੇ, ਨਾ ਟੈਸਟ ਕਰਨ ਦੇ ਅਨੁਸਾਰ ਕੀ ਕਰਨਗੇ, ਲੋਕੀ ਉਸ ਗਲਤ ਸਿੱਖਿਆ ਦੇ ਵਿੱਚ ਪੈ ਜਾਣਗੇ। ਲੇਕਿਨ ਫਿਰ ਅਗਰ ਜਦੋਂ ਉਹ ਕਹਿ ਰਿਹਾ ਵਾ, ਕਹਿੰਦਾ ਤੁਸੀਂ ਹਰੇਕ ਆਤਮਾ ਦੀ ਪ੍ਰਤੀਤ ਨਾ ਕਰੋ, ਸਗੋਂ ਆਤਮਿਆਂ ਨੂੰ ਪਰਖੋ ਕਿ ਉਹ ਪਰਮੇਸ਼ਰ ਤੋਂ ਹਨ ਕਿ ਨਹੀਂ। ਔਰ ਅੱਗੇ ਲਿਖਦਾ ਵਾ ਕਿ ਸਾਨੂੰ ਇਹਨਾਂ ਪਰਖਣ ਦੀ ਕਿਉਂ ਲੋੜ ਹੈ, ਕਾਰਨ ਇਹ ਆ ਕਿਉਂ ਜੋ ਬਾਹਲੇ ਝੂਠੇ ਨਬੀ ਸੰਸਾਰ ਵਿੱਚ ਨਿਕਲ ਆਏ ਹਨ। ਬਾਹਲੇ ਝੂਠੇ ਨਬੀ ਸੰਸਾਰ ਵਿੱਚ ਨਿਕਲ ਆਏ ਹਨ। ਅਸੀਂ ਪੁਰਾਣੇ ਨਿਯਮ ਦੇ ਵਿੱਚ ਪੜ੍ਹਦੇ ਹਾਂ, ਯਿਰਮੀਆ ਦੇ ਸਮੇਂ ਵੀ ਅਸੀਂ ਦੇਖਦੇ ਹਾਂ, ਮੈਨੂੰ ਐਕਸਪਲੇਨ ਕਰਨ ਦੀ ਲੋੜ ਨਹੀਂ, ਤੁਸੀਂ ਪੜ੍ਹਿਆ ਹੋਵੇਗਾ। ਉਸ ਸਮੇਂ ਵੀ ਝੂਠੇ ਨਬੀ ਸੀ ਜਿਹੜੇ ਲੋਕਾਂ ਦੇ ਭਲੇ ਲਈ ਬੋਲਦੇ ਹੁੰਦੇ ਸੀ, ਜੋ ਲੋਕ ਪਸੰਦ ਕਰਦੇ ਹੁੰਦੇ ਸੀ ਉਹਦੇ ਅਨੁਸਾਰ ਬੋਲਦੇ ਹੁੰਦੇ ਸੀ। ਈਵਨ ਨਵੇਂ ਨੇਮ ਦੇ ਵਿੱਚ ਇਹ ਸਮੇਂ ਪਹਿਲੇ ਸਮੇਂ ਦੀ ਕਲੀਸਿਆਵਾਂ ਦੇ ਵਿੱਚ ਵੀ ਇਹ ਸਮੱਸਿਆਵਾਂ ਚੱਲਦੀਆਂ ਹੁੰਦੀਆਂ ਸੀ ਕਿ ਲੋਕੀ ਕੀ ਕਰਦੇ ਹੁੰਦੇ ਸੀ, ਜਿਹੜੇ ਝੂਠੇ ਨਬੀ ਬਣ ਕੇ ਕੀ ਕਰਦੇ ਸੀਗੇ, ਉਹਨਾਂ ਦੇ ਚੰਗੀਆਂ ਗੱਲਾਂ ਬੋਲਦੇ ਸੀ ਔਰ ਲੋਕੀ ਕੀ ਉਹਨਾਂ ਦੇ ਨਾਲ ਫੁਸਲਾਏ ਜਾਂਦੇ ਸੀ, ਉਹਨਾਂ ਦੀ ਸਿੱਖਿਆ ਦੇ ਵਿੱਚ ਪੈ ਜਾਂਦੇ ਸੀਗੇ। ਤੇ ਇਸੇ ਕਰਕੇ ਉਹ ਕਹਿੰਦਾ ਕਿ ਬਹੁਤ ਸਾਰੇ ਜਿਹੜੇ ਝੂਠੇ ਨਬੀ ਆ ਉਹ ਸੰਸਾਰ ਵਿੱਚ ਨਿਕਲ ਆਏ ਨੇ, ਇਸ ਲਈ ਅਸੀਂ ਹਰੇਕ ਆਤਮਾ ਦੀ ਪ੍ਰਤੀਤ ਨਹੀਂ ਕਰਨੀ, ਲੇਕਿਨ ਹਰੇਕ ਆਤਮਾ ਨੂੰ ਪਰਖਣਾ ਆ। ਔਰ ਦੇਖਿਆ ਜਾਵੇ ਤਾਂ ਈਵਨ ਹਰੇਕ
ਆਲਮੋਸਟ ਸਾਰੇ ਲੈਟਰਸ ਦੇ ਵਿੱਚ ਅਗਰ ਯੋਹੰਨਾ ਹੋ ਗਿਆ, ਪਤਰਸ ਹੋ ਗਿਆ, ਪੌਲਸ ਹੋ ਗਿਆ, ਇਹਨਾਂ ਨੇ ਕਿਤੇ ਨਾ ਕਿਤੇ ਜਾ ਕੇ ਗਲਤ ਟੀਚਿੰਗ ਨੂੰ ਜ਼ਰੂਰ ਅਟੈਕ ਕੀਤਾ ਵਾ। ਔਰ ਸਿਰਫ ਯੋਹੰਨਾ ਔਰ ਪੌਲਸ ਹੀ ਨਹੀਂ, ਇੱਥੇ ਤੱਕ ਕਿ ਯੀਸ਼ੂ ਮਸੀਹ ਨੇ ਵੀ ਸਾਨੂੰ ਕੁਝ ਵਾਰਨਿੰਗਸ ਦਿੱਤੀਆਂ ਨੇ। ਯੀਸ਼ੂ ਮਸੀਹ ਵੀ ਕਹਿੰਦੇ ਨੇ, ਔਰ ਉਹਨਾਂ ਬਾਰੇ ਕੀ ਕਹਿੰਦੇ ਨੇ, ਇੱਥੇ ਮੈਂ ਇੱਕ ਆਇਤ ਲਿਖੀ ਸੀ, ਸੌਰੀ ਫॉर ਦਾ ਵੇਟ। ਹਾਂਜੀ, ਪੜਾਂਗੇ ਅਸੀਂ ਮਰਕੁਸ ਦੀ ਇੰਜੀਲ 13 ਅਧਿਆਇ, ਮਰਕੁਸ ਦੀ ਇੰਜੀਲ 13 ਅਧਿਆਇ ਉਹਦਾ 21 ਤੋਂ 23 ਵਚਨ। ਅਤੇ ਉਸ ਸਮੇਂ ਜੇ ਕੋਈ ਤੁਹਾਨੂੰ ਆਖੇ ਕਿ ਵੇਖੋ ਮਸੀਹ ਇੱਥੇ ਹੈ ਜਾਂ ਵੇਖੋ ਉੱਥੇ ਹੈ, ਤਾਂ ਸੱਚ ਨਾ ਮੰਨਣਾ, ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਅਤੇ ਨਿਸ਼ਾਨ ਔਰ ਅਚਰਜ ਕੰਮ ਵਿਖਾਲਣਗੇ, ਤਾਂ ਜੇ ਹੋ ਸਕੇ ਉਹ ਚੁਣਿਆ ਹੋਇਆਂ ਨੂੰ ਭੁਲਾਵੇ ਵਿੱਚ ਪਾ ਦੇਣ। ਪਰ ਤੁਸੀਂ ਚੌਕਸ ਰਹੋ, ਵੇਖੋ ਮੈਂ ਤੁਹਾਨੂੰ ਅੱਗੋਂ ਹੀ ਸਭੋ ਕੁਝ ਦੱਸ ਦਿੱਤਾ। ਹਾਂਜੀ, ਇੱਥੇ ਦੇਖੋ, ਇੱਥੇ ਪ੍ਰਭੂ ਯਿਸੂ ਮਸੀਹ ਦੇ ਖੁਦ ਦੇ ਸ਼ਬਦ ਨੇ, ਨਾ ਹੀ ਇਸ ਨਾ ਪ੍ਰੇਰਿਤ ਪੌਲਸ ਦੇ ਨੇ, ਨਾ ਹੀ ਪ੍ਰੇਰਿਤ ਯੋਹੰਨਾ ਦੇ ਨੇ, ਲੇਕਿਨ ਯਿਸੂ ਮਸੀਹ ਖੁਦ ਕਹਿ ਰਹੇ ਨੇ, ਕਹਿੰਦੇ ਇਹੋ ਜਿਹੇ ਝੂਠੇ ਜਿਹੜੇ ਨਬੀ ਨੇ ਉਹ ਉੱਠ ਖੜੇ ਹੋਣਗੇ, ਇੱਥੋਂ ਤੱਕ ਕਿ ਉਹ ਸਾਈਨਸ ਔਰ ਮਿਰਕਲਸ ਵੀ ਦਿਖਾ ਦੇਣਗੇ, ਯਾਨੀ ਕਿ ਅਚਰਜ ਕੰਮ ਵੀ ਦਿਖਾ ਦੇਣਗੇ, ਉਹ ਤੁਹਾਨੂੰ ਚਮਤਕਾਰ ਵੀ ਦਿਖਾ ਦੇਣਗੇ। ਔਰ ਕਿਉਂਕਿ ਸਾਡਾ ਜਿਹੜਾ ਸਮਾਜ ਆ ਉਹ ਕੀ ਕਰਦਾ, ਅਚਰਜ ਕੰਮ ਦੇਖ ਕੇ ਔਰ ਚਿੰਨ੍ਹ ਦੇਖ ਕੇ ਕੀ ਹੋ ਜਾਂਦਾ, ਪ੍ਰਭਾਵਿਤ ਹੋ ਜਾਂਦਾ। ਲੇਕਿਨ ਪ੍ਰਭੂ ਯਿਸੂ ਮਸੀਹ ਇੱਥੇ ਕਹਿ ਰਹੇ ਨੇ ਕਿ ਉਹ ਕੋਈ ਵੱਡੀਆਂ ਚੀਜ਼ਾਂ ਨਹੀਂ ਹੈਗੀਆਂ, ਨਾ ਹੀ ਮਿਰੇਕਲ ਕੋਈ ਵੱਡੀ ਚੀਜ਼ ਆ, ਈਵਨ ਨਾ ਹੀ ਸਾਇੰਸ ਨੇ, ਉਹ ਝੂਠੇ ਲੋਕ ਵੀ ਕਰ ਸਕਦੇ ਨੇ। ਇਹ ਖੁਦ ਪ੍ਰਭੂ ਯਿਸੂ ਮਸੀਹ ਦੇ ਸ਼ਬਦ ਨੇ ਜਿਹੜੇ ਪ੍ਰਭੂ ਯਿਸੂ ਮਸੀਹ ਕਹਿ ਰਹੇ ਨੇ। ਲੇਕਿਨ ਪ੍ਰਭੂ ਯਿਸੂ ਮਸੀਹ ਕਹਿੰਦੇ ਕਿ ਉਹ ਇਹਨਾਂ ਦੇ ਦੁਆਰਾ ਕੀ ਕਰਨਗੇ, ਤੁਹਾਨੂੰ ਧੋਖੇ ਦੇ ਵਿੱਚ ਪਾ ਦੇਣਗੇ। ਲੇਕਿਨ ਪ੍ਰਭੂ ਯਿਸੂ ਮਸੀਹ ਕੀ ਕਹਿੰਦੇ ਆ, ਇੰਗਲਿਸ਼ ਦੇ ਵਿੱਚ ਲਿਖਿਆ ਸੋ ਬੀ ਔਨ ਯੋਰ ਗਾਰਡ, ਸੋ ਬੀ ਔਨ ਯੋਰ ਗਾਰਡ, ਮੇਰੇ ਖਿਆਲ ਦੇ ਵਿੱਚ ਪੰਜਾਬੀ ਦੇ ਵਿੱਚ ਕੀ ਲਿਖਿਆ ਹੋਇਆ, ਸੋ ਬੀ ਔਨ ਯੋਰ ਗਾਰਡ, ਕਿਹੜੀ ਆਇਤ? 23 ਵਚਨ ਦੇ ਵਿੱਚ, ਸੋ 23 ਵਚਨ ਤੇ 13 ਦਾ 23, ਚੌਕਸ ਰਹੋ। ਹਾਂ, ਚੌਕਸ ਰਹੋ, ਹਾਂ, ਬਹੁਤ ਵਧੀਆ ਸ਼ਬਦ ਹੈ ਪੰਜਾਬੀ ਦੇ ਵਿੱਚ, ਚੌਕਸ ਰਹੋ। ਪ੍ਰਭੂ ਯਿਸੂ ਮਸੀਹ ਇੱਥੇ ਕਹਿ ਰਹੇ ਨੇ ਕਿ ਚਮਤਕਾਰ ਚਿੰਨ੍ਹ ਦਿਖਾ ਦੇਣਗੇ ਤੁਹਾਨੂੰ ਡਿਸੀਵ ਕਰਨ ਦੇ ਲਈ, ਲੇਕਿਨ ਤੁਸੀਂ ਚੌਕਸ ਰਹੋ। ਕਿਉਂ ਚੌਕਸ ਰਹੋ? ਬਿਕੋਜ਼ ਆਈ ਹੈਵ ਟੋਲਡ ਯੂ ਐਵਰੀਥਿੰਗ ਅਹੈਡ ਆਫ ਟਾਈਮ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਸਭ ਕੁਝ ਦੱਸ ਦਿੱਤਾ ਹੈ। ਇੱਥੇ ਪ੍ਰਭੂ ਯਿਸੂ ਮਸੀਹ ਸਾਨੂੰ ਵਾਰਨਿੰਗਸ ਦੇ ਰਹੇ ਨੇ ਕਿ ਮੈਂ ਜਿਹੜੀਆਂ ਯਿਸੂ ਮਸੀਹ ਦੇ ਸਮੇਂ ਦੇ ਵਿੱਚ, ਕਿ ਮੈਂ ਤੁਹਾਨੂੰ ਜਿਹੜੀਆਂ ਸਿੱਖਿਆਵਾਂ ਦਿੱਤੀਆਂ ਨੇ, ਪ੍ਰਭੂ ਯਿਸੂ ਮਸੀਹ ਆਪਣੇ ਚੇਲਿਆਂ ਨੂੰ ਦੇ ਰਹੇ ਨੇ ਇੱਥੇ ਸਿੱਖਿਆਵਾਂ। ਮੇਰੇ ਖਿਆਲ 13ਵੇਂ ਤੋਂ 16ਵੇਂ ਅਧਿਆਏ ਤੱਕ ਲਗਾਤਾਰ ਉਹਨਾਂ ਨੂੰ ਇੱਕ ਸਿੱਖਿਆ ਦੇ ਰਹੇ ਨੇ, ਔਰ ਉਹਨਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਕੀ ਕਰਨਾ ਵਾ, ਚੌਕਸ ਰਹੋ। ਆਮ ਸੌਰੀ, ਮੈਂ ਇੱਥੋਂ ਗਲਤ ਕਹਿਦਾ, 13 ਤੋਂ 16 ਨਹੀਂ, ਉਹ ਕੁਝ ਹੋਰ ਅਧਿਆਏ ਸੀਗਾ। ਹਾਂ, ਲੇਕਿਨ ਇੱਥੇ ਯਿਸੂ ਮਸੀਹ ਕੀ ਕਰ ਰਹੇ ਨੇ, ਇੱਥੇ ਆਪਣੇ ਚੇਲਿਆਂ ਦੇ ਨਾਲ ਗੱਲ ਕਰ ਰਹੇ ਨੇ। ਕਹਿੰਦੇ ਮੈਂ ਤੁਹਾਨੂੰ, ਯਿਸੂ ਮਸੀਹ ਘੱਟੋ ਘੱਟ 3.5 ਸਾਲ ਉਹਨਾਂ ਦੇ ਨਾਲ ਰਹੇ ਨੇ, ਔਰ ਯਿਸੂ ਮਸੀਹ ਦੇ ਸਿੱਖਿਆ ਦੇ ਅੰਡਰ ਰਹੇ ਨੇ, ਔਰ ਚੇਲਿਆਂ ਨੂੰ ਕਹਿ ਰਹੇ ਨੇ ਕਿ ਮੈਂ ਤੁਹਾਨੂੰ ਬਹੁਤ ਸਾਰੀਆਂ ਸਿੱਖਿਆਵਾਂ ਦੇ ਦਿੱਤੀਆਂ, ਮੈਂ ਵਾਰਨਿੰਗਸ ਦੇ ਦਿੱਤੀਆਂ, ਇੱਥੋਂ ਤੱਕ ਕਿ ਟੀਚਿੰਗ ਦੇ ਨਾਲ ਮੈਂ ਤੁਹਾਨੂੰ ਇਹ ਵੀ ਦੱਸ ਦਿੱਤਾ ਕਿ ਹੋਰ ਬਹੁਤ ਸਾਰੇ ਝੂਠੇ ਵੀ ਉੱਠਣਗੇ, ਉਹ ਤੁਹਾਨੂੰ ਭੁਲਾਵੇਂ ਦੇ ਵਿੱਚ ਪਾ ਦੇਣਗੇ, ਚਿੰਨ੍ਹ ਚਮਤਕਾਰ ਦਿਖਾ ਦੇਣਗੇ, ਲੇਕਿਨ ਤੁਸੀਂ ਕੀ ਰਹਿਣਾ ਵਾ, ਚੌਕਸ ਰਹਿਣਾ ਵਾ। ਔਰ ਅਸੀਂ ਇੱਕ ਹੋਰ ਆਇਤ ਨੂੰ ਪੜਾਂਗੇ ਕਿ ਪ੍ਰਭੂ ਯਿਸੂ ਮਸੀਹ ਇਹਨਾਂ ਝੂਠੇ ਨਬੀਆਂ ਨੂੰ ਕੀ ਕਹਿ ਰਹੇ ਨੇ, ਉਹ ਲਿਖਿਆ ਮੱਤੀ 7:15 ਦੇ ਵਿੱਚ, ਝੂਠੇ ਨਬੀਆਂ ਤੋਂ ਹੁਸ਼ਿਆਰ ਰਹੋ, ਜਿਹੜੇ ਤੁਹਾਡੇ ਕੋਲ ਭੇਡਾਂ ਦੇ ਭੇਸ ਵਿੱਚ ਆਉਂਦੇ ਹਨ, ਪਰ ਅੰਦਰੋਂ ਉਹ ਪਾੜਨ ਵਾਲੇ ਬਘਿਆੜ ਹਨ। ਹਾਂਜੀ, ਦੇਖੋ ਇੱਥੇ ਪ੍ਰਭੂ ਯਿਸੂ ਮਸੀਹ ਕਹਿ ਰਹੇ ਨੇ, ਉਹਨਾਂ ਨੂੰ ਇੱਕ ਡੈਜ਼ਿਗਨੇਸ਼ਨ ਦੇ ਰਹੇ ਨੇ, ਉਹਨਾਂ ਨੂੰ ਇੱਕ ਸਟੇਟਸ ਦੇ ਰਹੇ ਨੇ। ਪ੍ਰਭੂ ਯਿਸੂ ਮਸੀਹ ਇਹਨਾਂ ਝੂਠੇ ਨਬੀਆਂ ਨੂੰ ਕਿਹੜਾ ਸਟੇਟਸ ਦੇ ਰਹੇ, ਉਹਨਾਂ ਨੂੰ ਕਹਿ ਰਹੇ ਕਿ ਇਹ ਭੇੜੀਏ ਨੇ, ਇਹ ਪਾੜਨ ਵਾਲੇ, ਇੱਥੋਂ ਤੱਕ ਇਹ ਲਿਖਿਆ ਪਾੜਨ ਵਾਲੇ ਭੇੜੀਏ ਨੇ, ਜਿਹੜੇ ਈਵਨ ਬਲੀਵਰਸ ਨੂੰ ਹੀ ਕੀ ਕਰ ਦੇਣਗੇ, ਉਹ ਗਲਤ ਸਿੱਖਿਆ ਦੇ ਵਿੱਚ ਪਾ ਦੇਣਗੇ। ਇਹਦਾ ਮਤਲਬ ਇਹੀ ਹੈ ਕਿ ਉਹਨਾਂ ਨੂੰ ਕੀ ਕਰ ਦੇਣਗੇ, ਉਹਨਾਂ ਨੂੰ ਪਾੜ ਦੇਣਗੇ। ਤੇ ਮੇਰੇ ਜੀਜੋ, ਅਗਰ ਅਸੀਂ ਦੇਖੀਏ ਕਿ ਸਿਰਫ ਓਲਡ ਟੈਸਟਾਮੈਂਟ ਦੇ ਵਿੱਚ ਵੀ ਸਾਨੂੰ ਮਿਲਦੇ ਨੇ ਝੂਠੇ ਨਬੀ, ਈਵਨ ਅਰਲੀ ਚਰਚ ਦੇ ਵਿੱਚ, ਨਿਊ ਟੈਸਟਾਮੈਂਟ ਦੇ ਵਿੱਚ ਅਸੀਂ ਦੇਖਦੇ ਹਾਂ, ਉੱਥੇ ਵੀ ਝੂਠੇ ਨਬੀ ਨੇ। ਔਰ ਅੱਜ ਦੇ ਸਮੇਂ ਦੇ ਵਿੱਚ ਮੈਨੂੰ ਕਹਿਣ ਦੀ ਲੋੜ ਨਹੀਂ ਹੈ, ਤੁਸੀਂ ਸਾਰੇ ਜਾਣਦੇ ਹੋ, ਬਹੁਤ ਸਾਰੇ ਯਾਨੀ ਕਿ ਤੁਹਾਨੂੰ ਪਤਾ ਹੈ, ਅਚਰਜ ਕੰਮ ਵੀ ਹੁੰਦੇ ਨੇ, ਚਮਤਕਾਰ ਵੀ ਹੁੰਦੇ ਨੇ। ਲੇਕਿਨ ਅਸੀਂ ਪ੍ਰਭੂ ਯਿਸੂ ਮਸੀਹ ਦੇ ਵਚਨਾਂ ਨੂੰ ਕੀ ਪੜ੍ਹਿਆ ਹੈ ਨਾ, ਕਿ ਉਹ ਇਹ ਚੀਜ਼ਾਂ ਨੂੰ ਕਿਵੇਂ ਇਸਤੇਮਾਲ ਕਰਨਗੇ, ਤੁਹਾਨੂੰ ਧੋਖਾ ਦੇਣ ਲਈ। ਔਰ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਭੇੜੀਆ ਕਹਿ ਕੇ ਉਹਨਾਂ ਨੂੰ ਇੱਕ ਡੈਜ਼ਿਗਨੇਸ਼ਨ ਦੇ ਰਿਹਾ। ਔਰ ਜਦੋਂ ਅਸੀਂ ਯੋਹੰਨਾ ਦੇ ਅਗਲੇ ਵਚਨਾਂ ਨੂੰ ਪੜਾਂਗੇ, ਯੋਹੰਨਾ ਨੇ ਅੱਗੇ ਕੀ ਲਿਖਿਆ, ਉਹਨਾਂ ਨੂੰ ਇੱਕ ਡੈਜ਼ਿਗਨੇਸ਼ਨ ਦਿੱਤੀ ਹੈ ਐਂਟੀ ਕ੍ਰਾਈਸਟ ਕਹਿ ਕੇ, ਉਹਨਾਂ ਨੂੰ ਐਂਟੀ ਕ੍ਰਾਈਸਟ ਕਹਿ ਰਹੇ ਨੇ। ਸਾਨੂੰ ਪਤਾ ਕਿ ਐਂਡ ਟਾਈਮਸ ਦੇ ਵਿੱਚ ਇੱਕ ਐਂਟੀ ਕ੍ਰਾਈਸਟ ਆਏਗਾ, ਲੇਕਿਨ ਐਂਟੀ ਕ੍ਰਾਈਸਟ ਦਾ ਜਿਹੜਾ ਇਨਫਲੂਐਂਸ ਹੈ ਨਾ, ਉਹ ਹਲੇ ਵੀ ਚੱਲ ਰਿਹਾ।
ਜਿਵੇਂ ਕਹਿ ਲਓ ਕਿ ਇੱਕ ਪਰਮੇਸ਼ਵਰ ਦਾ ਰਾਜ ਐਟਰਨਿਟੀ ਦੇ ਵਿੱਚ ਆ ਕੇ ਇੱਕ ਕਲਮੀਨੇਸ਼ਨ ਹੋਏਗੀ, ਫੁੱਲਨੈਸ ਹੋਏਗੀ। ਤੇ ਲੇਕਿਨ ਜਿਹੜਾ ਇਨਫਲੂਐਂਸ ਆ ਪ੍ਰਭੂ ਯਿਸੂ ਮਸੀਹ ਦੇ ਜਿਹੜਾ ਕਿੰਗਡਮ ਆ, ਪਰਮੇਸ਼ਵਰ ਦੀ ਕਿੰਗਡਮ ਦਾ, ਉਹ ਸਾਡੇ 'ਚ ਹੈਗਾ ਵਾ। ਇਸੇ ਤਰੀਕੇ ਨਾਲ ਜਿਹੜਾ ਐਂਟੀ ਕ੍ਰਾਈਸਟ ਆਏਗਾ, ਉਹ ਐਂਟੀ ਕ੍ਰਾਈਸਟ ਦਾ ਇਨਫਲੂਐਂਸ ਵੀ ਇਹਨਾਂ ਰੋਂਗ ਟੀਚਰਸ ਦੇ ਦੁਆਰਾ ਸ਼ੁਰੂ ਆਲਰੇਡੀ ਹੋ ਚੁੱਕਿਆ। ਤੇ ਮੈਂ ਸੋਚਦਾ ਵਾਂ ਕਿ ਉਸ ਤੋਂ ਬਾਅਦ ਅਸੀਂ ਦੇਖਦੇ ਹੋਵਾਂਗੇ ਕਿ ਅਗਰ ਅਸੀਂ 7 ਵਚਨ ਦੇਖਾਂਗੇ ਤੇ ਉੱਥੇ ਫਿਰ ਜਿਹੜਾ ਯੂਹੰਨਾ ਵਾ ਫਿਰ ਦੁਬਾਰਾ ਪ੍ਰੇਮ ਦੀ ਗੱਲ ਉੱਥੇ ਕਰਨਾ ਸ਼ੁਰੂ ਕਰ ਦਿੰਦਾ ਵਾ। ਤੀਸਰੇ ਅਧਿਆਇ ਦੇ ਵਿੱਚ, ਤੀਸਰੇ ਤੋਂ ਚੌਥੇ ਅਧਿਆਇ ਦੇ ਵਿੱਚ ਜਿਸ ਤਰੀਕੇ ਮੈਂ ਦੱਸਿਆ ਕਿ ਪੂਰਾ ਲਵ ਦਾ ਚੈਪਟਰ ਹੈ, 4 ਦਾ 1 ਤੋਂ 6 ਤੱਕ ਇੱਥੇ ਸਪਿਰਿਟ ਦੇ ਟੌਪਿਕ ਦੀ ਗੱਲ ਕਰ ਰਿਹਾ। ਫਿਰ 7ਵੇਂ ਵਚਨ ਤੋਂ ਅੱਗੇ ਅਸੀਂ ਦੇਖੀਏ ਤਾਂ ਫਿਰ ਲਵ ਦੀ ਉਹ ਗੱਲ ਕਰ ਰਿਹਾ। ਤੇ ਮੈਂ ਸੋਚਦਾ ਕਿ ਉਹਨੇ ਅਗਰ ਇਸ ਸਪਿਰਿਟ ਦੇ ਟੌਪਿਕ ਨੂੰ ਵਿੱਚ ਰੱਖਿਆ ਹੈ ਤੇ ਕੁਝ ਉਹਨੇ ਸੋਚ ਕੇ ਰੱਖਿਆ ਹੈ। ਉਸ ਸਮੇਂ ਦੇ ਵਿੱਚ ਜਿਹੜੀਆਂ ਵੀ ਇਹਨਾਂ ਪ੍ਰੋਬਲਮਸ ਚੱਲਦੀਆਂ ਹੁੰਦੀਆਂ ਸੀਗੀਆਂ, ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨੇ ਇਸ ਲੈਟਰ ਨੂੰ ਲਿਖਿਆ ਔਰ ਇਸ ਸਪਿਰਿਟ ਦੇ ਟੌਪਿਕ ਨੂੰ ਡਿਸਕਸ ਕੀਤਾ। ਔਰ ਇਹ ਅੱਜ ਮੈਂ ਕਹਿੰਦਾ ਜਿਹੜੀ ਕਮਾਂਡ ਦਿੱਤੀ ਗਈ ਆ, ਉਹਨੇ ਕਿਹਾ ਕਿ ਡੂ ਨਾਟ ਬਿਲੀਵ ਐਵਰੀ ਸਪਿਰਿਟ, ਹਰੇਕ ਆਤਮਾ ਦੀ ਪ੍ਰਤੀਤ ਨਾ ਕਰੋ। ਇਹ ਇੱਕ ਤਰ੍ਹਾਂ ਦੀ ਕਹਿ ਲਓ ਕਿ ਯੂਨੀਵਰਸਲ ਚਰਚ ਲਈ ਇੱਕ ਕਮਾਂਡ ਹੈ ਕਿ ਅਸੀਂ ਹਰੇਕ ਆਤਮਾ ਦੀ ਪ੍ਰਤੀਤ ਨਹੀਂ ਕਰਨੀ। ਔਰ ਅਸੀਂ ਕਲੀਸਿਆ ਨੂੰ ਵੀ ਸਿਖਾਈਏ ਕਿ ਅਸੀਂ ਕਿਸੇ ਆਤਮਾ ਉੱਤੇ ਪ੍ਰਤੀਤ ਕਰਨ ਤੋਂ ਪਹਿਲਾਂ ਕੀ ਕਰੀਏ, ਉਹਨਾਂ ਨੂੰ ਟੈਸਟ ਕਰੀਏ। ਜਿਵੇਂ ਯੋਹੰਨਾ ਕਹਿੰਦਾ ਤੁਸੀਂ ਟੈਸਟ ਕਰੋ ਹਰੇਕ ਸਪਿਰਿਟ ਨੂੰ ਕਿ ਉਹ ਪਰਮੇਸ਼ਰ ਤੋਂ ਹਨ ਕਿ ਨਹੀਂ। ਅਗਰ ਉਹ ਪਰਮੇਸ਼ਰ ਤੋਂ ਨਹੀਂ ਆ ਤੇ ਉਹ ਐਂਟੀ ਕ੍ਰਾਈਸਟ ਦੀ ਸਪਿਰਿਟ ਆ, ਜਿਹੜੇ ਲੋਕਾਂ ਨੂੰ ਸਹੀ ਸਿੱਖਿਆ ਤੋਂ ਭਟਕਾ ਕੇ ਗਲਤ ਸਿੱਖਿਆ ਦੇ ਵਿੱਚ ਪਾ ਦਿੰਦੇ ਆ। ਕਿਉਂਕਿ ਫਿਰ ਯੋਹੰਨਾ ਲਿਖਦਾ ਕਿ ਕਿਉਂਕਿ ਬਹੁਤ ਸਾਰੇ ਸਾਨੂੰ ਕਿਉਂ ਪਰਖਣ ਦੀ ਲੋੜ ਆ, ਕਿਉਂਕਿ ਪਰਖਣ ਦਾ ਰੀਜ਼ਨ ਇਹੀ ਆ ਕਿਉਂਕਿ ਗਲਤ ਸਿੱਖਿਆਵਾਂ ਚੱਲ ਪਈਆਂ ਨੇ ਔਰ ਬਹੁਤ ਸਾਰੇ ਝੂਠੇ ਨਬੀ ਕੀ ਨੇ ਸੰਸਾਰ ਦੇ ਵਿੱਚ ਉੱਠ ਖੜੇ ਹੋਏ ਨੇ। ਤੇ ਜਦੋਂ ਵੀ ਅਸੀਂ ਮੈਂ ਸੋਚਦਾ ਕਿ ਕਲੀਸਿਆ ਦੇ ਵਿੱਚ ਸਾਨੂੰ ਇੱਕ ਹਮੇਸ਼ਾ ਇਹ ਜਿਹੜੀ ਟੀਚਿੰਗ ਆ, ਇੱਕ ਕੀ ਕਹਿੰਦੇ ਨੇ ਸਾਊਂਡ ਡਾਕਟਰੀਨ, ਵਰਡ ਨਹੀਂ ਮੈਨੂੰ ਯਾਦ ਆ ਰਿਹਾ, ਸਾਊਂਡ ਡਾਕਟਰੀਨ ਪੰਜਾਬੀ ਦੇ ਵਿੱਚ ਲਿਖਿਆ ਖਰੀ ਸਿੱਖਿਆ। ਹਮੇਸ਼ਾ ਵਿਸ਼ਵਾਸੀਆਂ ਦੇ ਵਿੱਚ ਅਸੀਂ ਖਰੀ ਸਿੱਖਿਆ ਲਗਾਤਾਰ ਦਿੰਦੇ ਰਹੀਏ ਤਾਂ ਕਿ ਲੋਕਾਂ ਦੇ ਵਿੱਚ ਖਰੀ ਸਿੱਖਿਆ ਇੰਨੀ ਕਿ ਜ਼ਿਆਦਾ ਉਹਨਾਂ ਦੇ ਅੰਦਰ ਇੰਜੈਕਟ ਹੋ ਜਾਵੇ ਤਾਂ ਕਿ ਲੋਕਾਂ ਨੂੰ ਸਾਨੂੰ ਕਹਿਣ ਦੀ ਲੋੜ ਨਹੀਂ ਪਊਗੀ ਕਿ ਕੌਣ ਗਲਤ ਸਿੱਖਿਅਕ ਆ। ਲੇਕਿਨ ਲੋਕੀ ਆਪਣੇ ਆਪ ਇੱਕ ਐਸੇ ਪੁਆਇੰਟ ਦੇ ਉੱਤੇ ਆ ਜਾਣਗੇ ਔਰ ਆਪੇ ਉਹ ਪਛਾਣਨ ਲੱਗ ਜਾਣਗੇ ਕਿ ਸਾਨੂੰ ਸਹੀ ਸਿੱਖਿਆ ਕੀ ਮਿਲੀ ਆ ਔਰ ਗਲਤ ਸਿੱਖਿਆ ਕੀ ਆ। ਔਰ ਵਚਨ ਹੀ ਹੈ ਖਰੀ ਸਿੱਖਿਆ, ਇੱਕ ਇਮਿਊਨਿਟੀ ਸਿਸਟਮ ਦੀ ਤਰ੍ਹਾਂ ਕੰਮ ਕਰਦਾ। ਅਗਰ ਅਸੀਂ ਵਚਨ ਨਹੀਂ ਪੜਾਂਗੇ, ਵਚਨ ਦੇ ਵਿੱਚ ਸਟਰੋਂਗ ਨਹੀਂ ਹੋਵਾਂਗੇ, ਇਹਦਾ ਮਤਲਬ ਕਿ ਸਾਡਾ ਜਿਹੜਾ ਸਪਿਰਿਚੁਅਲ ਇਮਿਊਨਿਟੀ ਸਿਸਟਮ ਆ ਉਹ ਬਹੁਤ ਵੀਕ ਆ ਔਰ ਕੋਈ ਵੀ ਗਲਤ ਸਿੱਖਿਆ ਦੀ ਜਿਹੜੀ ਬਿਮਾਰੀ ਆ ਉਹ ਸਾਡੇ ਤੇ ਅਟੈਕ ਕਰੇਗੀ ਔਰ ਇੱਕ ਤਰ੍ਹਾਂ ਦੀ ਸਪਿਰਿਚੁਅਲ ਡੈਡਲੀਨੈਸ ਦੇ ਐਜ਼ ਅ ਸਪਿਰਿਚੁਅਲ ਡੈਡਲੀਨੈਸ ਇਹ ਹੋ ਸਕਦੀ ਆ ਔਰ ਯਾਨੀ ਕਿ ਅਸੀਂ ਸਪਿਰਿਚੁਅਲ ਇੱਕ ਵਿਸ਼ਵਾਸੀ ਸਪਿਰਿਚੁਅਲ ਡੈਡ ਹੋ ਸਕਦਾ। ਇਸੇ ਕਰਕੇ ਵਚਨ ਦੇ ਅਨੁਸਾਰ, ਇੱਕ ਸਹੀ ਸਿੱਖਿਆ ਦੇ ਅਨੁਸਾਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਅਸੀਂ ਲੋਕਾਂ ਦਾ ਜਿਹੜਾ ਇਮਿਊਨਿਟੀ ਸਿਸਟਮ ਆ, ਸਪਿਰਿਚੁਅਲ ਇਮਿਊਨਿਟੀ ਸਿਸਟਮ, ਉਹਨੂੰ ਵਧਾਈਏ ਤਾਂ ਕਿ ਕੋਈ ਵੀ ਐਸੇ ਜਿਹੜੇ ਗਲਤ ਸਿੱਖਿਆ ਦੇ ਅਟੈਕ, ਐਂਟੀ ਕ੍ਰਾਈਸਟ ਦੇ ਅਟੈਕ ਹੈ, ਉਹ ਤੋਂ ਅਸੀਂ ਬਚੇ ਰਹਿ ਸਕੀਏ। ਪਰਮੇਸ਼ਰ ਇਹਨਾਂ ਵਚਨਾਂ ਨਾਲ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਦੇਵੇ।